ਪਿਆਰ ਦੀ ਕੋਈ ਜ਼ਾਤ ਨਹੀਂ ਹੁੰਦੀ। ਭਾਗ 6। ਅਰਜਨ ਸਿੰਘ ਦੇ ਜਾਣ ਤੋਂ ਬਾਅਦ ਜ਼ੋਰਾਵਰ ਮਰੀਅਮ ਨੂੰ ਆਪਣੇ ਆਫਿਸ ਵਿੱਚ ਲੈ ਗਿਆ ਤੇ ਉਸਨੂੰ ਕੁਰਸੀ ਤੇ ਬਿਠਾ ਕੇ ਆਪ ਉਸਦੇ ਕੋਲ ਬੈਠਦਿਆਂ ਕਹਿਣ ਲੱਗਾ, ਹੁਣ ਤਾਂ ਇਹ ਪਰਦਾ ਹਟਾ ਦਿਓ ਸੋਹਣਿਓ, ਮੈਨੂੰ ਮੇਰੀ ਹੁਸਨਾ ਦੀ ਰਾਣੀ ਦਾ ਦੀਦਾਰ ਤਾਂ ਕਰ ਲੈਣ ਦਿਓ। ਫਿਰ ਆਪਣਾ ਚਿਹਰਾ ਨੰਗਾ ਕਰਦੇ ਹੋਏ ਮਰੀਅਮ ਕਹਿਣ ਲੱਗੀ, आपका तो ना दिल ही नहीं भरता मुझे देखकर, ये लीजिए जनाब, कर लीजिए दीदार अपनी मोहब्बत का। वैसे एक बात कहूँ, आप कुछ ज्यादा ही बेसब्र हो गए हैं जब से आपने मेरा चेहरा देखा है। ਇਹ ਤਾਂ ਪਤਾ ਨਹੀਂ ਯਾਰ, ਪਰ ਮੈਂ ਜਦ ਵੀ ਤੈਨੂੰ ਦੇਖ ਲੈਨਾ ਨਾ ਮੇਰੇ ਦਿਲ ਨੂੰ ਸਕੂਨ ਆ ਜਾਂਦਾ। ਕਹਿ ਕੇ ਉਸਦਾ ਹੱਥ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਕਹਿਣ ਲੱਗਾ, ਹਾਂਜੀ ਤਾਂ ਫਿਰ ਕਿਵੇਂ ਲੱਗੀ ਸਾਡੀ ਵਰਕਸ਼ਾਪ? जैसी अब्बू जान ने बताई थी बिल्कुल वैसी है, बहुत बड़ी और अच्छी है। मतलब ਤੁਹਾਡੇ ਪਾਪਾ ਵੀ ਸਾਡੀ ਵਰਕਸ਼ਾਪ ਵਿੱਚ ਆਉਂਦੇ ਰਹਿੰਦੇ ਆ? ਮੈਨੂੰ ਤਾਂ ਇਹ ਗੱਲ पता ही नहीं सी। जी हमारी कंपनी की सारी ट्रांसपोर्ट आपकी ही वर्कशॉप में आती है सर्विस के लिए। ਇਹ ਤਾਂ ਬਹੁਤ ਵਧੀਆ ਗੱਲ ਆ। ਹੁਣ ਤੁਸੀਂ ਮੈਨੂੰ ਆਪਣੇ ਪਾਪਾ ਨਾਲ ਕਦ ਮਿਲਵਾ ਰਹੇ ਹੋ? ਹੁਣ ਹੀ। ਜੇ ਮੈਂ ਉਹਨਾਂ ਦਾ ਦਿਲ ਜਿੱਤਾਂਗਾ ਤਾਂ ਹੀ ਕੱਲ ਨੂੰ ਸਾਡੇ ਵਿਆਹ ਲਈ ਰਾਜ਼ੀ ਹੋਣਗੇ। फिर मरियम हंसते हुए कहने लगी, मेरे अब्बू का दिल जीतना इतना आसान नहीं है, और अगर आपने ऐसे कर दिया ना तो आप इस दुनिया के बहुत ही खुशनसीब इंसान होंगे। तुसी बस देखते जाओ मैं की करदा आ। फिर मरियम कहने लगी, जोरावर हमारी प्रेम कहानी पूरी तो होगी ना? कहीं ये भी बाकी प्रेम कहानियों की तरह अधूरी तो नहीं रह जाएगी? ना पता नहीं आजकल मुझे क्या अजीब सा डर लगता रहता है। ਕੀ ਗੱਲ ਹੋਈ ਮਰੀਅਮ, ਤੂੰ ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੀ ਏ? ਅਸੀਂ ਇੱਕ ਦੂਜੇ ਨੂੰ ਪਿਆਰ ਕੀਤਾ ਏ, ਕੋਈ ਗੁਨਾਹ ਨਹੀਂ ਕੀਤਾ। ਮੈਂ ਤੇਰੇ ਪਿੱਛੇ ਸਾਰੀ ਦੁਨੀਆ ਨਾਲ ਲੜ ਜਾਵਾਂਗਾ, ਬਸ ਤੂੰ ਕਦੇ ਮੇਰਾ ਹੱਥ ਨਾ ਛੱਡੀ। ਤੈਨੂੰ ਪਤਾ ਨਾ, ਸਾਡੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਸਾਡੇ ਪਿਆਰ ਦੀਆਂ ਬਾਤਾਂ ਸਾਡੇ ਬੱਚੇ ਆਪਣੇ ਬੱਚਿਆਂ ਨੂੰ ਸੁਣਾਇਆ ਕਰਨਗੇ ਕਿ ਤੁਹਾਡੇ ਦਾਦਾ ਦਾਦੀ ਨੇ ਏਦਾਂ ਪਿਆਰ ਕੀਤਾ ਸੀ। ਤਾਂ ਮਰੀਅਮ ਹੱਸਦੇ ਹੋਏ ਕਹਿਣ ਲੱਗੀ, ਜ਼ੋਰਾਵਰ ਆਪ ਇਤਨਾ ਦੂਰ ਤੱਕ ਕਾ ਸੋਚ ਕਰ ਬੈਠੇ ਹੋ? ਕਿਉਂ, ਤੁਸੀਂ ਜਦ ਸਾਡੇ ਵਿਆਹ ਦਾ ਸੋਚ ਕੇ ਬੈਠੇ ਹੋ ਤਾਂ ਮੈਂ ਇੰਨੀ ਦੂਰ ਤੱਕ ਨਹੀਂ ਸੋਚ ਸਕਦਾ? ਪਤਾ, ਮੈਂ ਤਾਂ ਸਾਡੇ ਬੱਚਿਆਂ ਦੇ ਨਾਮ ਬਾਰੇ ਵੀ ਸੋਚਿਆ ਹੋਇਆ ਆ। ਉਸਦੀ ਗੱਲ ਸੁਣ ਕੇ ਮਰੀਅਮ ਸ਼ਰਮਾਉਂਦੀ ਹੋਈ ਉਸਦੇ ਮੂੰਹ ਤੇ ਹੱਥ ਰੱਖਦੇ ਹੋਏ ਕਹਿਣ ਲੱਗੀ, ਹਾਏ ਅੱਲਾ, अब आप बस भी कीजिए, मुझे बहुत शर्म आ रही है। ਫਿਰ ਜ਼ੋਰਾਵਰ ਉਸਦੀ ਸੰਗ ਸ਼ਰਮ ਨਾਲ ਲਾਲ ਹੋਏ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਭਰਦੇ ਕਹਿਣ ਲੱਗਾ, ਯਾਰ ਤੇਰੇ ਆ ਮੁਖੜੇ ਤੇ ਸੰਗਾਂ ਸ਼ਰਮਾਂ ਤਾਂ ਬਹੁਤ ਹੀ ਜੱਚਦੀਆਂ ਨੇ। ਜਦ ਤੂੰ ਇਨ ਸੰਗ ਦੀ ਸ਼ਰਮਾਉਂਦੀ ਆ ਤਾਂ ਇੰਝ ਲੱਗਦਾ ਜਿਵੇਂ ਤੇਰੀਆਂ ਗੱਲਾਂ ਤੇ ਸੂਰਜ ਦੀ ਲਾਲੀ ਚੜ ਆਈ ਹੋਵੇ। ਇੰਨੇ ਨੂੰ ਬਾਹਰ ਦਰਵਾਜ਼ੇ ਤੇ ਕੋਈ ਨੌਕ ਕਰਨ ਲੱਗਾ। ਜ਼ੋਰਾਵਰ ਉੱਠ ਕੇ ਜਦ ਦਰਵਾਜ਼ਾ ਖੋਲ੍ਹਿਆ, ਪਰਕਰ ਮੁੰਡਾ ਕਹਿਣ ਲੱਗਾ, ਭਾਜੀ ਉਹ ਗੱਡੀ ਦੀ ਸਰਵਿਸ ਹੋ ਗਈ ਏ। ਫਿਰ ਜ਼ੋਰਾਵਰ ਮਰੀਅਮ ਕੋਲ ਆ ਕੇ ਕਹਿਣ ਲੱਗਾ, ਲਓ ਜੀ, ਸਾਡੀ ਸਰਦਾਰਨੀ ਦੀ ਗੱਡੀ ਤਾਂ ਤਿਆਰ ਹੈ, ਆ ਜਾ ਤੁਹਾਨੂੰ ਤੁਹਾਡੀ ਗੱਡੀ ਤੱਕ ਛੱਡ ਦਈਏ। ਫਿਰ ਜ਼ੋਰਾਵਰ ਤੇ ਮਰੀਅਮ ਦੋਨੋਂ ਬਾਹਰ ਆਏ ਤੇ ਮਰੀਅਮ ਨੂੰ ਉਸਦੀ ਗੱਡੀ ਵਿੱਚ ਬਿਠਾ ਕੇ ਉਹ ਕਹਿਣ ਲੱਗਾ, ਮਰੀਅਮ ਇੱਕ ਗੱਲ ਹਮੇਸ਼ਾ ਯਾਦ ਰੱਖੀ, ਆਪਾਂ ਇਹ ਸਾਰੀ ਜ਼ਿੰਦਗੀ ਇਕੱਠਿਆਂ ਨੇ ਬਿਤਾਉਣੀ ਆ, ਇੱਕ ਦੂਜੇ ਦੇ ਸਾਥ ਨਿਭਾਉਂਦੇ ਹੋਏ। ਅਸੀਂ ਇਕੱਠਿਆਂ ਨੇ ਹੀ ਬੁੱਢੇ ਹੋ ਕੇ ਮਰਨਾ ਤੇ ਵਿਆਹ ਮਗਰੋਂ ਮੈਂ ਹਰ ਜੁੰਮੇ ਨੂੰ ਤੈਨੂੰ ਤੇਰੇ ਪੇਕੇ ਘਰ ਤੇਰੇ ਬੇਬੇ ਬਾਪੂ ਨਾਲ ਮਿਲਵਾਉਣ ਲਈ ਲੈ ਕੇ ਜਾਇਆ ਕਰਾਂਗਾ ਤੇ ਤੁਸੀਂ ਬਸ ਮੇਰੇ ਬੇਬੇ ਬਾਪੂ ਦਾ ख्याल रखना आ। जोरावर मैं तो जब भी नमाज अदा करती हूँ मैं अल्लाह से हमेशा यही दुआ मांगती हूँ कि हमारी इन खुशियों को कहीं किसी की नज़र ना लग जाए। नहीं लगदी कमलिए, तू एवें फिक्र ना करिया कर, उस रब नूं अपने चाहण वालियां दा भी फिक्र आ। फिर मरियम कहन लगी, अच्छा जोरावर, अपना ख्याल रखना, अब मैं चलती हूँ। ਕਹਿ ਕੇ ਉਸਨੇ ਗੱਡੀ ਦਾ ਸ਼ੀਸ਼ਾ ਉੱਪਰ ਕੀਤਾ ਤੇ ਫਿਰ ਆਪਣੇ ਰਾਹ ਚੱਲ ਪਈ। ਫਿਰ ਉਹ ਕਹਿੰਦੇ ਆ ਨਾ, ਇਸ਼ਕ ਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ, ਇਹੀ ਕੁਝ ਹੋਣ ਵਾਲਾ ਸੀ ਜ਼ੋਰਾਵਰ ਤੇ ਮਰੀਅਮ ਦੇ ਨਾਲ। ਜਦ ਮੁਸਤਫਾ ਨੂੰ ਮਰੀਅਮ ਦੇ ਕਿਸੇ ਹੋਰ ਨਾਲ ਮੁਹੱਬਤ ਕਰਨ ਦੀ ਗੱਲ ਪਤਾ ਲੱਗੀ ਤਾਂ ਉਸਨੇ ਇੱਕ ਆਦਮੀ ਨੂੰ ਮਰੀਅਮ ਤੇ ਨਜ਼ਰ ਰੱਖਣ ਲਈ ਕਿਹਾ। ਕੁਝ ਹਫ਼ਤੇ ਮਰੀਅਮ ਦਾ ਪਿੱਛਾ ਕਰਨ ਤੋਂ ਬਾਅਦ ਉਸਨੇ ਮਰੀਅਮ ਤੇ ਜ਼ੋਰਾਵਰ ਦੇ ਪਿਆਰ ਦੀ ਕਹਾਣੀ ਆ ਕੇ ਮੁਸਤਫਾ ਨੂੰ ਸੁਣਾਈ। ਉਹਨਾਂ ਦੋਨਾਂ ਬਾਰੇ ਸੁਣ ਕੇ ਮੁਸਤਫਾ ਨੂੰ ਬਹੁਤ ਗੁੱਸਾ ਆਇਆ ਕਿ ਮਰੀਅਮ ਸਭ ਕੁਝ ਜਾਣਦੇ ਹੋਏ ਵੀ ਇੱਕ ਗੈਰ ਮਜ਼ਹਬੀ ਨਾਲ ਮੁਹੱਬਤ ਕਿਵੇਂ ਕਰ ਸਕਦੀ ਆ। ਉਸਨੇ ਤਾਂ ਇਹ ਵੀ ਨਹੀਂ ਸੋਚਿਆ ਕਿ ਮੈਨੂੰ ਮਰੀਅਮ ਦੇ ਨਾਲ ਪਹਿਲਾਂ ਇਸ ਬਾਰੇ ਇੱਕ ਵਾਰੀ
ਗੱਲ ਕਰਕੇ ਉਸਨੂੰ ਸਮਝਾ ਕੇ ਦੇਖਣਾ ਚਾਹੀਦਾ ਆ ਕਿ ਉਹ ਜੋ ਸਭ ਕਰ ਰਹੀ ਆ ਇਹ ਗਲਤ ਆ, ਪਰ ਉਹ ਤਾਂ ਬਸ ਆਪਣੀ ਇੱਕ ਤਰਫਾ ਮੁਹੱਬਤ ਵਿੱਚ ਪਾਗਲ ਹੋਇਆ ਫਿਰਦਾ ਸੀ। ਉਹ ਤਾਂ ਬਸ ਹੁਣ ਕਿਸੇ ਵੀ ਹਾਲਤ ਵਿੱਚ ਮਰੀਅਮ ਨੂੰ ਹਾਸਿਲ ਕਰਨਾ ਚਾਹੁੰਦਾ ਸੀ। ਹੁਣ ਤਾਂ ਉਸਨੂੰ ਜੇ ਭਾਲ ਸੀ ਤਾਂ ਬਸ ਇੱਕ ਸਹੀ ਮੌਕੇ ਦੀ, ਤਾਂ ਜੋ ਮਰੀਅਮ ਦੇ ਇਸ ਰਿਸ਼ਤੇ ਨੂੰ ਉਸਦੇ ਪਰਿਵਾਰ ਸਾਹਮਣੇ ਲਿਆ ਕੇ ਉਹਨਾਂ ਦੋਨਾਂ ਨੂੰ ਜੁਦਾ ਕਰਕੇ ਆਪਣੀ ਮਰੀਅਮ ਹੱਥੋਂ ਰੁਸਵਾ ਹੋਈ ਮੁਹੱਬਤ ਦਾ ਬਦਲਾ ਲੈ ਸਕੇ। ਆਖਿਰ ਜਲਦੀ ਹੀ ਉਹ ਦਿਨ ਆ ਵੀ ਗਿਆ। ਜੁਮਾ ਹੋਣ ਕਰਕੇ 2 ਦਿਨ ਮਰੀਅਮ ਦਾ ਕਾਲਜ ਬੰਦ ਸੀ ਤੇ ਅੱਜ ਉਹ ਘਰੋਂ ਤਿਆਰ ਹੋ ਕੇ ਜ਼ੋਰਾਵਰ ਨੂੰ ਮਿਲਣ ਚੱਲੀ ਸੀ। ਜਦ ਉਹ ਬਾਹਰ ਹਾਲ ਵਿੱਚ ਆਈ ਤਾਂ ਮੁਸਤਫਾ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਆਇਆ ਬੈਠਾ ਸੀ। ਮਰੀਅਮ ਆਪਣੇ ਅੱਬੂ ਨੂੰ ਕਹਿਣ ਲੱਗੀ, ਅੱਬੂ ਮੈਂ ਆਪਣੀ ਦੋਸਤ ਸੇ ਮਿਲਨੇ ਜਾ ਰਹੀ ਹੂੰ। ਉਸਦੀ ਗੱਲ ਸੁਣ ਕੇ ਮੁਸਤਫਾ ਕਹਿਣ ਲੱਗਾ, ਮਰੀਅਮ ਆਪਣੀ ਦੋਸਤ ਸੇ ਮਿਲਨੇ ਜਾ ਰਹੀ ਹੋ ਜਾਂ ਆਪਣੀ ਮੁਹੱਬਤ ਸੇ ਮਿਲਨੇ? ਮੁਸਤਫਾ ਦੇ ਮੂੰਹੋਂ ਇਹ ਗੱਲ ਸੁਣ ਕੇ ਮਰੀਅਮ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਤੇ ਉਸਦੀ ਗੱਲ ਸੁਣ ਕੇ मरियम दे अब्बू कहने लगे, मुस्तफ़ा ये तुम क्या कह रहे हो? मुस्तफ़ा वही कह रहा हूँ जो शायद आप लोगों को मालूम ही नहीं। क्या आपको नहीं पता आपकी बेटी हर जुम्मे के दिन किससे मिलने जाती है? आप जानते भी हैं कि आपकी बेटी एक गैर मजहबी से मोहब्बत करती है और पिछले 1 साल से इनका ये प्यार बिना रोक टोक के जारी है। मैं जानता हूँ आप बिना सबूत के कभी सच नहीं मानते, तो ये देखिए आपकी बेटी कैसे शर्म अपनी मोहब्बत की बाहों में बाहें डालकर आपकी इज्जत सारे बाजार में नीलाम कर रही है। ਇੰਨਾ ਕਹਿ ਕੇ ਉਸਨੇ ਜ਼ੋਰਾਵਰ ਤੇ ਮਰੀਅਮ ਦੀਆਂ ਤਸਵੀਰਾਂ ਸਾਹਮਣੇ ਟੇਬਲ ਤੇ ਸੁੱਟ ਦਿੱਤੀਆਂ। ਮਰੀਅਮ ਦੇ ਅੱਬੂ ਨੇ ਜਦ ਉਹਨਾਂ ਦੋਵਾਂ ਦੀਆਂ ਤਸਵੀਰਾਂ ਦੇਖੀਆਂ ਤਾਂ ਗੁੱਸੇ ਨਾਲ ਭਰੀਆਂ ਨਜ਼ਰਾਂ ਨਾਲ ਉਹ ਮਰੀਅਮ ਨੂੰ ਦੇਖਣ ਲੱਗੀ। ਜਦੋਂ ਉੱਠ ਕੇ ਉਸਦੇ ਕੋਲ ਆਏ ਤਾਂ मरियम डरते हुए कहने लगी, अब्बू ये सच नहीं है, मैं आपको पूरी बात बताती हूँ। ਉਸਦੀ ਕੋਈ ਵੀ ਗੱਲ ਸੁਣੇ ਬਗੈਰ ਹੀ ਉਸਦੇ ਅੱਬੂ ਨੇ ਖਿੱਚ ਕੇ ਉਸਦੇ ਚਪੇੜ ਮਾਰੀ ਤੇ ਉਸਨੂੰ ਬਾਹਾਂ ਵਿੱਚ ਫੜ ਕੇ ਜ਼ੋਰ ਨਾਲ ਹਲੂਣਾ ਦਿੰਦੇ ਹੋਏ ਕਹਿਣ ਲੱਗੇ, मरियम ये सिला दिया तुमने में हमारी दी हुई आज़ादी का। अरे कल तो ये बात अगर बाहर किसी को पता चल गई तो लोग थूकेंगे हम पर और हमारे सारे खानदान पर। क्या तुम्हें एक बार भी ये सब करते हुए अपने अब्बू की इज्जत का ख्याल नहीं आया? तब मरियम रोंदे हुए कहने लगी, अब्बू आप मेरी बात तो सुन लीजिए, हम तो सिर्फ एक दूसरे से मोहब्बत करते हैं। आप तो जानते ही हैं ना, आपकी मरियम कभी कुछ गलत काम नहीं करती। ਤਾਂ ਉਸਦਾ ਅੱਬੂ ਉਸਦੇ ਮਾਰਦਾ ਹੋਇਆ ਕਹਿਣ ਲੱਗਾ, मरियम खामोश हो जाओ, अगर दोबारा फिर से तुम्हारी जुबान पर मोहब्बत का नाम भी आया तो मैं तुम्हारी जुबान खींच लूंगा। जन्नत ले जाओ अपनी इस बेटी को मेरी नजरों से दूर, इससे पहले कि मैं कोई आज गुनाह कर बैठूं। ਮਰੀਅਮ ਦੀ ਅੰਮੀ ਜन्नत ਉਸਨੂੰ ਰੋਂਦੀ ਨੂੰ ਉਸਦੇ ਕਮਰੇ ਵਿੱਚ ਲੈ ਗਈ ਤੇ ਬੈੱਡ ਤੇ ਬਿਠਾ ਕੇ ਕਹਿਣ ਲੱਗੀ, मरियम बेटा क्यों किया आपने ऐसा? आपको ऐसे करते हुए क्या एक बार भी हमारी इज्जत का ख्याल नहीं आया? तब मरियम रोंदे हुए कहने लगी, अम्मी आप भी हमें गलत समझ रही हैं। आप तो अपनी बेटी को अच्छी तरह से जानती हैं ना कि वो कोई गलत काम नहीं करती। अम्मी हमने तो सिर्फ मोहब्बत की है। बेटा इस जमाने की नजरों में ये मोहब्बत नहीं, ये गुनाह है। अगर मोहब्बत अपने धर्म के लड़के के साथ होती तो कोई बात नहीं थी, पर यहाँ तो आपने एक गैर मजहबी से मोहब्बत की है। तुम्हें मालूम है हमारा धर्म हमें इस बात की इजाजत नहीं देता। अम्मी वो मेरी 1-2 साल की मोहब्बत नहीं है, मेरे बचपन की मोहब्बत है। हम दोनों एक दूसरे से तब से मोहब्बत करते हैं जब एक साथ स्कूल में पढ़ते थे, और अगर दूसरे धर्म में मोहब्बत करना इतना बड़ा गुनाह है तो ये बातें हमें फिर स्कूल में या बचपन में आपने क्यों नहीं सिखाई? हाय अल्लाह मरियम ये क्या बोल रही हो? इतने सालों में तुम उस लड़के के साथ मोहब्बत कर रही हो और ये बात मुझे तुम अब बता रही हो? मरियम मेरी तरफ देखो और सच सच बताओ क्या क्या किया है तुमने उसके साथ। बताओ मुझे, कहीं तुमने या उसने अपनी हद तो नहीं पार कर दी ना? फिर मरियम रोंदे हुए कहने लगी, अम्मी उसने तो आज तक मुझे मेरी इजाजत के बगैर छुआ तक भी नहीं। कुछ गलत करना तो बहुत दूर की बात है। आपको मालूम है बचपन से ही वो मुझसे मुझे बिना देखे ही बेपनाह मोहब्बत करता आ रहा है।
और जिस दिन उसने मुझसे अपनी मोहब्बत का इजहार किया था तो तब भी मेरा चेहरा देखने से मना कर दिया था। अब आप ही बताओ, आजकल के ज़माने में भला ऐसी मोहब्बत भी कोई करता है? आजकल का प्यार तो जिस्मों से शुरू होकर जिस्मों पे ही ख़त्म हो जाता है। पर उसका प्यार मेरी आँखों से शुरू होकर मेरी रूह में बस गया और अब उसे मेरी रूह से जुदा करना मुमकिन नहीं है। बेटा, ये मोहब्बत नहीं है, ये एक पागलपन है और उस खुदा की नज़र में बहुत बड़ा गुनाह है। भूल जाओ उस लड़के को, उसके साथ तुम्हारा निकाह नहीं हो सकता। अगर मोहब्बत करना सच में गुनाह है तो अम्मी, तो फिर ये गुनाह तो कभी आपने भी किया था अब्बू से मोहब्बत करके। ਆਪਣੀ ਬੇਟੀ ਦੀ ਗੱਲ ਸੁਣ ਕੇ ਜन्नत ਚੁੱਪ ਹੋ ਗਈ। ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੀ ਧੀ ਦੇ ਸਵਾਲ ਦਾ ਕੀ ਜਵਾਬ ਦੇਵੇ। ਇੰਨੇ ਨੂੰ ਮਰੀਮ ਦਾ ਅੱਬੂ ਉਸਦੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ, मरियम, आज से तुम्हारा कॉलेज जाना बंद। जो भी करना है घर पर बैठकर करो और अगर उस लड़के की सलामती चाहती हो तो उसे भूल जाओ। यही बेहतर होगा तुम्हारे लिए। मरियम, अब्बू आप मेरी बात तो सुन लीजिए। जोरावर बहुत अच्छा लड़का है, हम एक दूसरे से बेपनाह मोहब्बत करते हैं। आपकी बेटी उसके साथ बहुत खुश रहेगी। मरियम, खुदा के लिए चुप हो जाओ, मेरे सब्र का और इम्तिहान मत लो। वो काफिर कभी मेरे घर का हिस्सा नहीं बन सकता। तुम्हारा उससे निकाह नहीं हो सकता, मतलब नहीं हो सकता। और अगर तुमने फिर भी जिद की तो मुझे कल ही जबरदस्ती तुम्हारा निकाह किसी और से करवाना पड़ेगा। ता फिर मरियम अपने हंजू पूंछते हुए कहने लगी, कल ही क्यों अब्बू, फिर आज ही करवा दीजिए ना मेरा निकाह किसी और से। आप मर्दों को अपनी बेटी के ऐसे साथ जबरदस्ती करने के अलावा और आता भी क्या है? अब्बू, आप चाहे मेरा निकाह किसी और से भी करवा दीजिए, पर मैं और मेरी रूह सदा के लिए जोरावर की हो चुकी है। मैं मरना पसंद करूंगी पर अपनी इस पाक साफ मोहब्बत पर बेवफाई का दाग कभी नहीं लगने दूंगी। ਫਿਰ ਮਰੀਮ ਦਾ ਅੱਬੂ ਉਸਦੇ ਗੁੱਸੇ ਵਿੱਚ ਇੱਕ ਹੋਰ ਥੱਪੜ ਮਾਰਦੇ ਹੋਏ ਕਹਿਣ ਲੱਗਾ, बेशरम, बेगैरत, अपने अब्बू से जुबान लड़ाती हो और ऊपर से हमें आंखें भी दिखाती हो। आंखें नीची करो मरियम, मैंने कहा अपनी आंखें नीची करो। कह के गुस्से विच खिच के ਉਸਦੇ ਇੱਕ ਥੱਪੜ ਮਾਰਿਆ ਪਰ ਮਰੀਮ ਉਵੇਂ ਹੀ ਪੱਥਰ ਬਣੀ ਆਪਣੇ ਅੱਬੂ ਨੂੰ ਗੁੱਸੇ ਵਿੱਚ ਘੂਰਦੀ ਰਹੀ। ਉਸ ਨੂੰ ਚੀਕਦੇ ਚਿਲਾਉਂਦੇ ਹੋਏ ਦੇਖ ਕੇ ਉਸਦੀ ਘਰ ਵਾਲੀ ਜੰਨਤ ਮਰੀਮ ਦੇ ਕਮਰੇ ਵਿੱਚੋਂ ਖਿੱਚ ਕੇ ਬਾਹਰ ਲੈ ਕੇ ਆਈ ਤਾਂ ਫਿਰ ਉਸ ਨੂੰ ਆਪਣੇ ਕਮਰੇ ਵਿੱਚ ਲਿਆ ਕੇ जन्नत कहने लगी, ये क्या कर रहे हो आप? पागल हो गए हैं? जवान बेटी पर भी कोई इस तरह से हाथ उठाता है? भला वो हमारी प्यारी बच्ची मरियम है, शायद भटक गई है, हमें उसे समझा बुझा के सही राह पे ले आएंगे। ऐसे जोर जबरदस्ती से ये मामला सुलझेगा नहीं और बिगड़ जाएगा। आप कल ही जाकर पहले उस जोरावर के परिवार से मिलना, उन्हें समझाना कि वो अपने बेटे को समझाए कि वो हमारी बेटी से दूर रहें वरना अंजाम अच्छा नहीं होगा। उधर जोरावर मरियम ਦਾ ਬੈਠਾ ਸਾਰਾ ਦਿਨ ਇੰਤਜ਼ਾਰ ਕਰਦਾ ਰਿਹਾ ਪਰ ਨਾ ਮਰੀਮ ਆਈ ਨਾ ਹੀ ਉਸਦਾ ਕੋਈ ਫੋਨ। ਜਦ ਜ਼ੋਰਾਵਰ ਨੇ ਉਸਦਾ ਫੋਨ ਮਿਲਾਇਆ ਤਾਂ ਨੰਬਰ ਬੰਦ ਆ ਰਿਹਾ ਸੀ। ਸਵੇਰ ਤੋਂ ਸ਼ਾਮ ਹੋ ਗਈ, ਜ਼ੋਰਾਵਰ ਭੁੱਖਾ ਭਾਣਾ ਹੀ ਆਪਣੀ ਜਗ੍ਹਾ ਤੇ ਪੱਥਰ ਬਣਿਆ ਬੈਠਾ ਰਿਹਾ। ਉਸ ਰਾਹ ਨੂੰ ਘੂਰੀ ਜਾ ਰਿਹਾ ਸੀ ਜਿਸ ਰਾਹ ਤੋਂ ਅਕਸਰ ਮਰੀਮ ਉਸਨੂੰ ਮਿਲਣ ਲਈ ਆਉਂਦੀ ਹੁੰਦੀ ਸੀ। ਉਸਨੂੰ ਇਸ ਗੱਲ ਦਾ ਅਹਿਸਾਸ ਤਾਂ ਹੋ ਗਿਆ ਸੀ ਕਿ ਮਰੀਮ ਨਾਲ ਜ਼ਰੂਰ ਕੁਝ ਗਲਤ ਹੋ ਗਿਆ ਪਰ ਉਸਦਾ ਦਿਲ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਸੀ। ਉਸਦੇ ਘਰੋਂ ਕਿੰਨੀ ਵਾਰੀ ਉਸਦੀ ਬੇਬੇ ਬਾਪੂ ਦਾ ਫੋਨ ਆ ਚੁੱਕਾ ਸੀ ਪਰ ਉਹ ਕਿਸੇ ਨਾਲ ਵੀ ਗੱਲ ਨਹੀਂ ਕਰਨਾ ਚਾਹੁੰਦਾ ਸੀ। ਫਿਰ ਜਦ ਰਾਤ ਹੋਣ ਲੱਗੀ ਤਾਂ ਉਸਦੇ ਬੇਬੇ ਬਾਪੂ ਕਨਨ ਨੂੰ ਨਾਲ ਲੈ ਕੇ ਉਸਨੂੰ ਲੱਭਦੇ ਹੋਏ ਉਸ ਜਗ੍ਹਾ ਤੇ ਆਏ ਜਿੱਥੇ ਜ਼ੋਰਾਵਰ ਬੈਠਾ ਮਰੀਮ ਦਾ ਇੰਤਜ਼ਾਰ ਕਰ ਰਿਹਾ ਸੀ। ਜ਼ੋਰਾਵਰ ਦੀਆਂ ਅੱਖਾਂ ਵਿੱਚ ਹੰਝੂ ਭਰੇ ਹੋਏ ਸਨ। ਆਪਣੇ ਬੇਬੇ ਬਾਪੂ ਨੂੰ ਸਾਹਮਣੇ ਦੇਖ ਕੇ ਉਸਦੇ ਹੁਣ ਤੱਕ ਰੋਕੇ ਹੋਏ ਹੰਝੂ ਬਹਿਣ ਲੱਗੇ। ਉਸਨੇ ਘੁੱਟ ਕੇ ਆਪਣੀ ਬੇਬੇ ਨੂੰ ਗਲ ਨਾਲ ਲਾ ਕੇ ਰੋਂਦਾ ਹੋਇਆ ਕਹਿਣ ਲੱਗਾ, ਮੰਮਾ, ਮਰੀਮ ਕਿਉਂ ਨਹੀਂ ਆਈ? ਉਹ ਏਦਾਂ ਕਿਵੇਂ ਕਰ ਸਕਦੀ ਹੈ ਮੇਰੇ ਨਾਲ, ਜਦਕਿ ਉਸਨੂੰ ਚੰਗਾ ਭਲਾ ਪਤਾ ਮੈਂ ਉਸਦੀ ਸਵੇਰ ਤੋਂ ਇੱਥੇ ਬੈਠਾ ਇੰਤਜ਼ਾਰ ਕਰ ਰਿਹਾ ਹਾਂ। ਉਸਦੀ ਬੇਬੇ ਤਾਂ ਉਸਨੂੰ ਰੋਂਦੇ ਨੂੰ ਚੁੱਪ ਕਰਵਾਉਂਦੇ ਹੋਏ ਖੁਦ ਹੀ ਰੋਂਦੇ ਹੋਏ ਕਹਿਣ ਲੱਗੀ, ਪੁੱਤ ਤੂੰ ਰੋਣਾ ਬੰਦ ਕਰ, ਪਹਿਲਾਂ ਦੇਖ ਕੀ ਹਾਲਤ ਬਣਾਈ ਆ ਤੂੰ ਆਪਣੀ। ਤੂੰ ਮੈਨੂੰ ਦੱਸ ਕੌਣ ਏ ਮਰੀਮ? ਆਪਾਂ ਮਿਲ ਕੇ ਉਸਦੇ ਘਰ ਜਾ ਕੇ ਉਸਨੂੰ ਪੁੱਛਾਂਗੇ ਕਿ ਉਹ ਅੱਜ ਕਿਉਂ ਨਹੀਂ ਆਈ।
ਜਾਂ ਜ਼ੋਰਾਵਰ ਰੋਂਦਾ ਹੀ ਰਿਹਾ ਤਾਂ ਅਰਜਨ ਸਿੰਘ ਨੇ ਕਨਨ ਨੂੰ ਕਹਿਣ ਲੱਗਾ, ਦੇਖ ਪੁੱਤ, ਤੈਨੂੰ ਜੇ ਪਤਾ ਤਾਂ ਤੂੰ ਦੱਸ ਦੇ ਸਾਨੂੰ, ਇਹ ਮਰੀਅਮ ਕੌਣ ਆ ਜਿਸਦੇ ਪਿੱਛੇ ਮੇਰੇ ਪੁੱਤ ਦੀ ਇਹ ਹਾਲਤ हुई ਆ। कनन अंकल जी, जोरावर और मरियम दोनों एक दूसरे से बचपन से मोहब्बत करते हैं। मरियम की फैमिली लोकल मुस्लिम है। मैंने ये बात बहुत बार जोरावर को समझाई पर इसने कभी मेरी बात ही नहीं सुनी। उसकी गल सुन के जोरे दे बेबे बापू दोवें एक दूजे दे मुंह वल देखण लगे।